ਵੀ ਜਿਹੜੀ ਦਿਸ਼ਾ ਟਰਸਟ ਹੈ ਇਹਦੇ ਵਿੱਚ ਜਿੰਨੀਆਂ ਵੀ ਕੁੜੀਆਂ ਨੇ ਜਿੰਨੀਆਂ ਵੀ ਮਹਿਲਾਵਾਂ ਨੇ ਕੰਮ ਕਰ ਰਹੀਆਂ ਨੇ ਹਰ ਇੱਕ ਦੇ ਵਿੱਚ ਬਹੁਤ ਜ਼ਿਆਦਾ ਹੁਨਰ ਹੈ। ਪਹਿਲਾਂ ਤਾਂ ਸਾਡਾ ਇਹੀ ਕੰਮ ਹੈ ਕਿ ਅਸੀਂ ਉਹਨਾਂ ਨੂੰ ਪ੍ਰੂਵ ਕਰਨਾ, ਉਹਨਾਂ ਨੇ ਆਪਣੇ ਆਪ ਨੂੰ ਪ੍ਰੂਵ ਕਰਨਾ ਕਿ ਉਹ ਕੀ ਨੇ। ਜਦੋਂ ਇੱਕ ਲੜਕੀ ਕੁਝ ਕਰਨਾ ਚਾਹੁੰਦੀ ਹੈ ਤਾਂ ਕੋਈ ਉਹਨੂੰ ਰੋਕ ਨਹੀਂ ਸਕਦਾ। ਜਿਹੜੇ ਪੇਰੈਂਟਸ ਨਹੀਂ ਭੇਜਣਾ ਚਾਹੁੰਦੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਲੜਕੀਆਂ ਘਰ ਦੇ ਵਿੱਚ ਹੀ ਰਹਿ ਕੇ ਜਿਹੜਾ ਹੈਗਾ ਆਪਣਾ ਕੰਮ ਕਰ ਸਕਣ। ਕਿ ਜਿਹੜੀ ਕੁੜੀ ਆਪ ਇੱਕ ਮੁਕਾਮ ਤੇ ਪਹੁੰਚੀ ਹੁੰਦੀ ਹੈ, ਅਕਸਰ ਸਮਾਜ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਇਹਦੇ ਤੋਂ ਦੂਰ ਰਹੇ ਹੋਏ ਸਾਡੀਆਂ ਨੂੰ ਵੀ ਵਿਗਾੜ ਦੂਗੀ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿਸ਼ਾ ਵੂਮਨ ਵੈਲਫੇਅਰ ਟਰਸਟ ਵੱਲੋਂ ਔਰਤਾਂ ਨੂੰ ਜਿਹੜਾ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਵਿਸ਼ੇਸ਼ ਤੌਰ ਤੇ ਪਟਿਆਲਾ ਵਿਖੇ ਭਾਸ਼ਾ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਪਰ ਸਵਾਲ ਜਿਹੜਾ ਇਹ ਹੋਵੇਗਾ ਕਿ ਔਰਤਾਂ ਨੂੰ ਰੁਜ਼ਗਾਰ ਕਿਸ ਤਰ੍ਹਾਂ ਦਿਵਾਇਆ ਜਾਵੇਗਾ। ਸੋ ਇਹ ਔਰਤਾਂ ਮੌਜੂਦ ਨੇ, ਜਾਣੀ ਕਿ ਦਿਸ਼ਾ ਵੈਲਫੇਅਰ ਦੇ ਟਰਸਟ ਹੈ, ਉਹਨਾਂ ਦੇ ਅਹੁਦੇ ਸਾਹਿਬਾਨ ਨੇ ਉਹ ਵੀ ਮੌਜੂਦ ਨੇ। ਸੋ ਅੱਜ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਔਰਤਾਂ ਨੇ ਉਹ ਲਗਾਤਾਰ ਜਿਹੜਾ ਬੇਰੁਜ਼ਗਾਰ ਨੇ, ਕਿਉਂਕਿ ਉਹਨਾਂ ਦਾ ਕੋਈ ਕਮਾਈ ਦਾ ਸਾਧਨ ਨਹੀਂ ਹੈ। ਬੇਸ਼ੱਕ ਸਰਕਾਰਾਂ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਰੁਜ਼ਗਾਰ ਜਿਹੜਾ ਹੈ ਔਰਤਾਂ ਨੂੰ ਜਿਹੜਾ ਮੁਹੱਈਆ ਕਰਵਾਇਆ ਜਾਵੇਗਾ ਤੇ ਨਾਲ ਹੀ 1000 ਦੇਣ ਦਾ ਵਾਅਦਾ ਵੀ ਜਿਹੜਾ ਔਰਤਾਂ ਵੱਲੋਂ ਕੀਤਾ ਗਿਆ ਸੀ, ਪਰ ਇਹ ਟਰਸਟ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਕਿਵੇਂ ਸ਼ੁਰੂਆਤ ਹੋਵੇਗੀ, ਕਿਵੇਂ ਰੁਜ਼ਗਾਰ ਦਿੱਤਾ ਜਾਵੇਗਾ, ਅਸੀਂ ਗੱਲਬਾਤ ਕਰਾਂਗੇ। ਮੈਡਮ ਜੀ, ਤੁਸੀਂ ਕਿਵੇਂ ਰੁਜ਼ਗਾਰ ਦੇਵੋਗੇ? ਕਿਉਂਕਿ ਲੋਕ ਸੋਚ ਰਹੇ ਹੋਣਗੇ ਵੀ ਔਰਤਾਂ ਜਿਹੜੀਆਂ ਨੇ ਇਹ ਕਿਵੇਂ ਰੁਜ਼ਗਾਰ ਦੇਣਗੀਆਂ, ਕਿਉਂਕਿ ਸਰਕਾਰ ਬਣੀਆਂ ਆਈਆਂ ਨੇ, ਉਹਨਾਂ ਨੇ ਵੀ ਬੜੇ ਵਾਅਦੇ ਕੀਤੇ ਨੇ ਵੀ ਅਸੀਂ ਰੁਜ਼ਗਾਰ ਦੇਵਾਂਗੇ। ਤੁਸੀਂ ਕਿਵੇਂ ਰੁਜ਼ਗਾਰ ਦੇਵੋਗੇ ਫਿਰ? ਦੇਖੋ ਜੀ, ਸਰਕਾਰ ਦਾ ਕੰਮ ਸਰਕਾਰ ਕਰ ਰਹੀ ਹੈ ਤੇ ਉਹ ਆਪ ਜਵਾਬ ਦੇਣਗੇ। ਅਸੀਂ ਆਪਣੀ NGO ਵੱਲੋਂ ਜਵਾਬ ਦੇ ਰਹੇ ਹਾਂ, ਦਿਸ਼ਾ ਵੂਮਨ ਵੈਲਫੇਅਰ ਟਰਸਟ। ਦੇਖੋ, ਪਹਿਲੀ ਗੱਲ ਤਾਂ ਕਿ ਇਨਸਾਨ ਜੇ ਇੱਕ ਨਿਸ਼ਚੇ ਕਰਕੇ ਚੱਲਦਾ ਨਾ ਮਨ ਦੇ ਵਿੱਚ, ਤਾਂ ਫਿਰ ਬਹੁਤ ਸਾਰੇ ਰਸਤੇ ਬਣ ਜਾਂਦੇ ਨੇ। ਦਿਸ਼ਾ ਵੂਮਨ ਵੈਲਫੇਅਰ ਟਰਸਟ ਇੱਕ ਉਹ ਟਰਸਟ ਹੈ ਜਿਹੜੀਆਂ ਕਿ ਲੋੜਵੰਦ ਕੁੜੀਆਂ, ਲੋੜਵੰਦ ਔਰਤਾਂ ਦੇ ਲਈ ਅਸੀਂ ਕੰਮ ਕਰਦੇ ਹਾਂ। ਭਾਵੇਂ ਉਹ ਐਸਿਡ ਵਿਕਟਮ ਕੁੜੀਆਂ ਹੋਣ, ਭਾਵੇਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਿਲਾਈ ਕਢਾਈ ਦਾ ਕੰਮ ਕਰਦੀਆਂ ਨੇ ਉਹਨਾਂ ਨੂੰ ਸਿਲਾਈ ਕਢਾਈ ਦੀ ਜਿਹੜੀ ਮਸ਼ੀਨ ਜਿਹੜੀ ਆਪਾਂ ਦਿੰਦੇ ਹਾਂ ਉਹਦੀ ਜ਼ਰੂਰਤ ਹੋਵੇ, ਜਾਂ ਫਿਰ ਕੁੜੀਆਂ ਜਿਹੜੀਆਂ ਸਕੂਲ ਜਾਂਦੀਆਂ ਨੇ ਉਹਨਾਂ ਕੋਲ ਜਾਣ ਦਾ ਸਾਧਨ ਨਹੀਂ ਹੈਗਾ ਤੇ ਉਹਨਾਂ ਨੂੰ ਅਸੀਂ ਸਾਈਕਲ ਵੀ ਮੁਹੱਈਆ ਕਰਾਉਂਦੇ ਹਾਂ। ਤੇ ਹੋਰ ਮਾਲੀ ਮਦਦ ਜਿਹੜੀ ਹੈ ਜਾਂ ਸਿੱਖਿਆ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁੜੀਆਂ ਨੂੰ ਜ਼ਰੂਰਤ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਹੈ ਉਹਨਾਂ ਨੂੰ ਉਹਨਾਂ ਦੀ ਮਦਦ ਜਿਹੜੀ ਹੈ ਕੀਤੀ ਜਾਵੇ। ਪਰ ਜਦੋਂ ਅਸੀਂ ਦੇਖਿਆ ਕਿ ਅਸੀਂ ਗਰਾਊਂਡ ਲੈਵਲ 'ਤੇ ਕੰਮ ਕਰਿਆ, ਅਸੀਂ ਦੇਖਿਆ ਕਿ ਜਿਹੜੀ ਅੱਜ ਦੀ ਔਰਤ ਹੈ, ਬੇਸ਼ੱਕ ਅਸੀਂ ਕਹਿੰਦੇ ਕਿ ਸਿੱਖਿਅਤ ਹੋ ਚੁੱਕੀ ਹੈ, ਉਹ ਸਿਰਫ ਸ਼ਹਿਰਾਂ ਤੱਕ ਹੈ। ਜੇ ਅਸੀਂ ਗਰਾਊਂਡ ਲੈਵਲ 'ਤੇ ਗੱਲ ਕਰੀਏ ਤਾਂ ਅੱਜ ਵੀ ਜਿਹੜੀ ਔਰਤ ਦੀ ਹਾਲਤ ਹੈ ਨਾ, ਉਹ ਉੱਥੇ ਦੀ ਉੱਥੇ ਸਟਿਲ ਖੜੀ ਹੈਗੀ ਹੈ ਨਾ। ਤੇ ਠੀਕ ਹੈ, ਮਤਲਬ ਉਹਨੂੰ ਥੋੜ੍ਹੇ ਹੱਕ ਮਿਲ ਗਏ ਆ, ਥੋੜ੍ਹੀ ਅੱਗੇ ਆ ਗਈ ਹੈ, ਪਰ ਜੇ ਆਰਥਿਕ ਤੌਰ 'ਤੇ ਗੱਲ ਕਰੀਏ ਉਹ ਹਾਲੇ ਵੀ ਇੰਨੀ ਮਜ਼ਬੂਤ ਨਹੀਂ ਹੋਈ ਕਿ ਆਪਣੇ ਖਰਚੇ ਚੱਕ ਸਕੇ, ਆਪਣੀ ਪਸੰਦ ਦਾ ਕੋਈ ਕੱਪੜਾ ਪਾ ਸਕੇ, ਹੈ ਨਾ, ਆਪਣੇ ਸ਼ੌਂਕ ਜਿਹੜੇ ਉਹ ਪੂਰੇ ਕਰ ਸਕੇ। ਉਹਦੇ ਲਈ ਵੀ ਉਹਨੂੰ ਮਤਲਬ ਕਿਸੇ ਦੇ ਉੱਤੇ ਡਿਪੈਂਡ ਹੋਣਾ ਚਾਹੀਦਾ ਆ। ਜੇ ਉਹ ਧੀ ਹੈਗੀ ਆ ਤਾਂ ਪਿਤਾ ਤੇ ਡਿਪੈਂਡ ਕਰੇਗੀ, ਭਰਾ ਤੇ ਡਿਪੈਂਡ ਕਰੂਗੀ। ਜੇ ਉਹ ਪਤਨੀ ਆ ਤਾਂ ਪਤੀ ਤੇ ਡਿਪੈਂਡ ਕਰੂਗੀ, ਉਸ ਤੋਂ ਬਾਅਦ ਆਪਣੇ ਪੁੱਤਾਂ ਤੇ ਡਿਪੈਂਡ ਕਰਦੀ ਹੈ। ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਜਿਹੜੀ ਸਾਡੀ ਟਰਸਟ ਹੈ, ਇੱਕ ਅਸੀਂ ਮੁਹਿੰਮ ਦਿਸ਼ਾ ਰੋਜ਼ਗਾਰ ਮੁਹਿੰਮ ਜਿਹੜੀ ਲੈ ਕੇ ਚੱਲੇ ਹਾਂ। ਜਿਵੇਂ ਕਿ ਮੈਂ ਹਰਦੀਪ ਜੀ ਜੋ ਕਿ ਪ੍ਰੈਜ਼ੀਡੈਂਟ ਨੇ ਦਿਸ਼ਾ ਵੂਮਨ ਵੈਲਫੇਅਰ ਟਰਸਟ ਦੇ, ਜੋ ਕਿ ਜਰਨਲਿਸਟ ਨੇ, ਹੈ ਨਾ। ਸੋ ਸਾਡੇ ਮਤਲਬ ਕੰਟੈਕਟਸ ਨੇ, ਸਾਡੇ ਲਿੰਕਸ ਨੇ, ਕਾਰਪੋਰੇਟ ਕੰਪਨੀਜ਼ ਦੇ ਨਾਲ ਲਿੰਕਸ ਨੇ, ਔਰ ਸਾਡੇ ਜਿੱਦਾਂ ਹੋਰ ਕਾਫੀ ਹੌਸਪੀਟਲ ਜਾਂ ਵਿੱਦਿਅਕ ਅਦਾਰੇ ਜਿਹੜੇ ਨੇ, ਜਾਂ ਫਿਰ ਅਸੀਂ ਸਰਕਾਰ ਨਾਲ ਐਫੀਲੇਟਿਡ ਨੇ ਜਿਹੜੇ ਅਦਾਰੇ, ਅਸੀਂ ਉਹਨਾਂ ਕੋਲ ਜਾਵਾਂਗੇ। ਉੱਥੇ ਜਾ ਕੇ ਅਸੀਂ ਉਹਨਾਂ ਨੂੰ ਮਤਲਬ ਆਪਣੀ ਮੁਹਿੰਮ ਬਾਰੇ ਦੱਸਾਂਗੇ। ਅਤੇ ਜਿਹੜਾ ਅਸੀਂ ਗਰਾਊਂਡ ਲੈਵਲ 'ਤੇ ਪਿੰਡਾਂ ਦੇ ਵਿੱਚ ਜਾ ਕੇ ਇੱਕ ਰੁਜ਼ਗਾਰ ਮੇਲੇ ਜਿਹੜੇ ਲਾਵਾਂਗੇ, ਜਿੱਥੇ ਕਿ ਜਿਹੜੀਆਂ ਕੁੜੀਆਂ ਸਿੱਖਿਅਤ ਨੇ, ਪੜ੍ਹੀਆਂ ਹੋਈਆਂ ਨੇ, ਉਹਨਾਂ ਤੋਂ ਵੀ ਰਿਜ਼ਿਊਮ ਲਵਾਂਗੇ, ਜਾਂ ਜਿਹੜੀਆਂ ਹੱਥੀਂ ਕੰਮ ਕਰਦੀਆਂ ਨੇ ਮੇਰੀਆਂ ਭੈਣਾਂ, ਅਸੀਂ ਉਹਨਾਂ ਤੋਂ ਵੀ ਉਹਨਾਂ ਦੇ ਕੰਮ ਦੇ ਯੋਗਤਾ ਦੇ ਮੁਤਾਬਕ ਜਿਹੜੇ ਉਹਨਾਂ ਦੇ ਰਿਜ਼ਿਊਮ ਲਵਾਂਗੇ। ਅਤੇ ਉਹ ਰਿਜ਼ਿਊਮ ਜਿਹੜੇ ਨੇ ਅਸੀਂ ਇੱਥੇ ਅੱਗੇ ਜਿਹੜੇ ਡਿਵਾਈਡ ਕਰਾਂਗੇ ਵੱਖ-ਵੱਖ ਕੰਪਨੀਜ਼ ਦੇ ਵਿੱਚ, ਜਾਂ ਗ੍ਰਹਿ ਉਦਯੋਗ ਜਿਹੜੇ ਨੇ ਉਹਨਾਂ ਜਿੱਥੇ ਵੀ ਉਹਨਾਂ ਦੀ ਯੋਗਤਾ ਦੇ ਮੁਤਾਬਕ ਉਹਨਾਂ ਨੂੰ ਕੰਮ ਜਿਹੜਾ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਉਹ ਫਿਰ ਸਾਡੇ ਨਾਲ ਕੰਟੈਕਟ ਕਰਨਗੇ ਕੰਪਨੀਜ਼ ਵਾਲੇ, ਅਤੇ ਅਸੀਂ ਉਹਨਾਂ ਨੂੰ ਉਹ ਰਿਜ਼ਿਊਮ ਦੇ ਕੇ ਜਿੱਥੇ ਉਹ ਕੁੜੀ ਜਾਂ ਔਰਤ ਜਿਹੜੀ ਹੈਗੀ ਆ, ਜਿੱਥੇ ਉਹਦੀ ਯੋਗਤਾ ਦੇ ਮੁਤਾਬਕ ਉਹਨੂੰ ਰੋਜ਼ਗਾਰ ਮਿਲਦਾ ਹੋਊਗਾ, ਸਾਡੀ ਦਿਲੋਂ ਮਤਲਬ ਇਹ ਕਹਿ ਲਈਏ ਕਿ ਇੱਥੋਂ ਮਤਲਬ ਇੱਕ ਪੂਰੇ ਜੋਸ਼ ਦੇ ਨਾਲ ਅਸੀਂ ਚਾਹਾਂਗੇ ਕਿ ਜਿਹੜਾ ਅਸੀਂ ਉਹਨਾਂ ਨੂੰ ਰੁਜ਼ਗਾਰ ਦਿਵਾ ਸਕੀਏ। ਅਤੇ ਮੇਰੀਆਂ ਭੈਣਾਂ ਸਾਡੇ ਨਾਲ ਕੰਟੈਕਟ ਕਰਨਗੀਆਂ ਜਦੋਂ ਅਸੀਂ ਰੁਜ਼ਗਾਰ ਕੈਂਪ ਲਾਵਾਂਗੇ। ਅਤੇ ਅਸੀਂ ਮੀਡੀਆ ਦੇ ਜ਼ਰੀਏ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਨੰਬਰ ਜਿਹੜਾ ਹੈ ਉਹ ਫਲੈਸ਼ ਹੋਊਗਾ, ਐਡਰੈਸ ਫਲੈਸ਼ ਹੋਊਗਾ। ਜੇ ਕਿਸੇ ਕੋਈ ਔਰਤ ਸਾਡੇ ਨਾਲ ਕੰਟੈਕਟ ਕਰਨਾ ਚਾਹੁੰਦੀ ਹੈ ਉਹ ਉੱਦਾਂ ਵੀ ਕਰ ਸਕਦੀ ਹੈ। ਪਿੰਡਾਂ ਦੀ ਗੱਲ ਕੀਤੀ ਜਾਵੇ, ਕਿਵੇਂ ਪਿੰਡਾਂ ਤੱਕ ਕਿਵੇਂ ਪਹੁੰਚ ਕਰੋਗੇ? ਕਿਉਂਕਿ ਪਿੰਡਾਂ ਜਿਹੜੀ ਔਰਤ ਹੁੰਦੀ ਹੈ ਹਮੇਸ਼ਾ ਦੱਬੀ ਰਹਿ ਜਾਂਦੀ ਹੈ, ਕਿਉਂਕਿ ਸ਼ਹਿਰਾਂ ਦੇ ਵਿੱਚ ਅਜੇ ਵੀ ਹੈਗਾ ਜਿਹੜੀ ਲੜਕੀ ਹੈ ਉਹ ਬਾਹਰ ਜਾਂਦੀ ਹੈ। ਪਿੰਡਾਂ ਦੇ ਵਿੱਚ ਬਹੁਤ ਟੈਲੈਂਟ ਹੈ ਪਰ ਉਹ ਬਾਹਰ ਨਹੀਂ ਆ ਸਕਦਾ। ਕਿਸ ਤਰ੍ਹਾਂ ਜਿਹੜਾ ਉਹਨਾਂ ਨਾਲ ਸੰਪਰਕ ਕੀਤਾ ਜਾਊਗਾ ਅਤੇ ਕਿਵੇਂ ਰੁਜ਼ਗਾਰ ਮੁਹੱਈਆ ਕਰਵਾਇਆ ਜਾਊਗਾ ਉਹਨਾਂ ਨੂੰ? ਦੇਖੋ ਸਰਤਾਜ ਜੀ, ਜਦੋਂ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ ਨਾ, ਤਾਂ ਪਿੰਡਾਂ ਦੇ ਵਿੱਚ ਅੱਜ ਵੀ ਜਿਹੜੀ ਹੈਗੀ ਹੋ ਸਕਦਾ ਹੈ ਕਿ ਜਿਹੜੀਆਂ ਪਿੰਡਾਂ ਦੀਆਂ ਮਹਿਲਾਵਾਂ ਨੇ, ਪਿੰਡਾਂ ਦੀਆਂ ਲੜਕੀਆਂ ਨੇ, ਉਹ ਐਜ਼ ਕੰਪੇਅਰ ਟੂ ਜਿਹੜੇ ਸਾਡੇ ਵੱਡੇ ਸ਼ਹਿਰ ਨੇ ਉਹਨਾਂ ਤੋਂ ਕਿਤੇ ਜ਼ਿਆਦਾ ਵੱਧ ਜਿਹੜਾ ਉਹਨਾਂ ਦੇ ਵਿੱਚ ਕਾਬਲੀਅਤ ਹੋਏਗੀ। ਲੇਕਿਨ ਉਹਨਾਂ ਦੀ ਜਿਹੜੀ ਕਿਤੇ ਨਾ ਕਿਤੇ ਕਾਬਲੀਅਤ ਨੂੰ
ਚਾਹੇ ਅਸੀਂ ਪਰਿਵਾਰ ਦਾ ਕਹਿ ਲਈਏ ਚਾਹੇ ਕਿਸੇ ਹੋਰ ਦੀ ਗੱਲ ਕਰ ਲਈਏ, ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਕਿਉਂਕਿ ਅੱਜ ਵੀ ਸਾਡੇ ਮੱਧ ਵਰਗੀ ਪਰਿਵਾਰਾਂ ਦੀ ਇਹੀ ਸੋਚ ਹੈ ਕਿ ਔਰਤ ਘਰ ਦੇ ਵਿੱਚ ਰਹੇ, 2 ਰੋਟੀਆਂ ਘੱਟ ਖਾ ਲੈਣਗੇ ਪਰ ਕਹਿਣਗੇ ਨਹੀਂ ਅਸੀਂ ਔਰਤ ਨੂੰ ਬਾਹਰ ਨਹੀਂ ਭੇਜਣਾ। ਪਰ ਜੇਕਰ ਔਰਤ ਜਿੰਨੀ ਦੇਰ ਬਾਹਰ ਨਹੀਂ ਨਿਕਲੇਗੀ, ਜਿੰਨੀ ਦੇਰ ਉਹਨੂੰ ਸਮਾਜ ਦੀ ਸਮਝ ਹੀ ਨਹੀਂ ਹੋਏਗੀ ਕਿ ਸਮਾਜ ਦੇ ਵਿੱਚ ਵਾਪਰ ਕੀ ਰਿਹਾ, ਉਹ ਤਰੱਕੀ ਕਿਵੇਂ ਕਰੇਗੀ। ਇੱਕ ਔਰਤ ਉਹੀ ਤਰੱਕੀ ਕਰਦੀ ਹੈ ਜਿਹੜੀ ਆਪਣੇ ਪੈਰਾਂ ਦੇ ਉੱਤੇ ਸਟੈਂਡ ਹੈ। ਉਹੀ ਔਰਤ ਜਾਗਰੂਕ ਹੋਏਗੀ ਜਿਹੜੀ ਕਿਤੇ ਨਾ ਕਿਤੇ ਕੰਮ ਕਰ ਰਹੀ ਹੈ। ਜਿਹੜੀ ਔਰਤ ਨੇ ਹਰ ਟਾਈਮ ਜਿਹੜਾ ਘਰ ਦੇ ਵਿੱਚ ਹੀ ਰਹਿਣਾ ਹੈਗਾ, ਘਰ ਹੀ ਸੰਭਾਲਣਾ ਹੈਗਾ, ਉਸ ਨੂੰ ਸਿਰਫ ਫਿਰ ਆਪਣੇ ਘਰ ਦੀ ਹੀ ਪਤਾ ਹੋਏਗਾ ਕਿ ਮੇਰੇ ਘਰ ਦੇ ਵਿੱਚ ਕੀ ਵਾਪਰ ਰਿਹਾ। ਸਮਾਜ ਦੇ ਬਾਰੇ ਤਾਂ ਉਦੋਂ ਹੀ ਪਤਾ ਲੱਗੇਗਾ ਨਾ ਜਦੋਂ ਅਸੀਂ ਸਮਾਜ ਦੇ ਵਿੱਚ ਬਾਹਰ ਨਿਕਲਾਂਗੇ, ਸਮਾਜ ਦੇ ਵਿੱਚ ਵਿਚਰਾਂਗੇ। ਸਮਾਜ ਜਿਹੜਾ ਹੈਗਾ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ, ਕਿਉਂਕਿ ਜਿਹੜਾ ਇੱਕ ਤਜਰਬਾ ਹੈ ਨਾ, ਚਾਹੇ ਉਹ ਅਸੀਂ ਕੋਈ ਵੀ ਫੀਲਡ ਲੈ ਲਈਏ, ਉਸ ਫੀਲਡ ਦੇ ਵਿੱਚ ਉਹ ਤਜਰਬਾ ਜਿਹੜਾ ਹੈਗਾ ਤੁਹਾਡਾ ਬੋਲਦਾ ਹੈਗਾ। ਜਿੰਨੀ ਦੇਰ ਤੁਸੀਂ ਗਰਾਊਂਡ 'ਤੇ ਜਾ ਕੇ ਕੰਮ ਨਹੀਂ ਕਰੋਗੇ ਉਨੀ ਦੇਰ ਨਹੀਂ ਪਤਾ ਲੱਗੇਗਾ। ਮੈਂ ਇਹ ਗੱਲ ਸਾਰੀਆਂ ਚੀਜ਼ਾਂ ਇਸ ਕਰਕੇ ਦਾਅਵੇ ਦੇ ਨਾਲ ਕਹਿ ਰਹੀ ਹਾਂ ਕਿਉਂਕਿ ਬੀਇੰਗ ਅ ਜਰਨਲਿਸਟ ਅੱਜ ਭਾਵੇਂ ਜਿਹੜਾ ਹੈਗਾ ਮੈਂ ਚੰਗਾ ਜਿਹੜਾ ਹੈਗਾ ਕੰਮ ਕਰ ਲਿਆ ਹੈਗਾ, ਅੱਜ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਅਸੀਂ ਕੈਬਨਿਟ ਨੂੰ ਵੀ ਕਵਰ ਕਰਦੇ ਹਾਂ, ਹੋਰ ਕੰਮ ਵੀ ਕਰਦੇ ਹਾਂ ਅਤੇ ਇੱਕ ਨਾਮ ਹੈ ਚੰਡੀਗੜ੍ਹ ਦੇ ਵਿੱਚ। ਪਰ ਜੇਕਰ ਮੈਂ ਗੱਲ ਕਰਾਂ ਉਹਨਾਂ ਲੜਕੀਆਂ ਦੀ ਜਿਹੜੀਆਂ ਅੱਜ ਵੀ ਪਿੰਡਾਂ ਦੇ ਵਿੱਚ ਬੈਠੀਆਂ ਨੇ, ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ ਅਤੇ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਰਹਿੰਦੇ ਨੇ। ਕਿਉਂਕਿ ਸਾਡੇ ਪੇਰੈਂਟਸ ਦੀ ਜਿਹੜੀ ਹੈਗੀ ਸੋਚ ਹਜੇ ਤੱਕ ਨਹੀਂ ਬਦਲੀ। ਉਹਨਾਂ ਨੂੰ ਬਦਲਣ ਦੀ ਲੋੜ ਹੈ ਕਿ ਔਰਤ ਨੂੰ ਜਿਹੜਾ ਖੁਦ ਵੀ ਜਾਗਰੂਕ ਹੋਣ ਦੀ ਲੋੜ ਆ, ਆਪਣੇ ਪੇਰੈਂਟਸ ਨੂੰ ਸਮਝਾਉਣ ਦੀ ਲੋੜ ਆ। ਜਦੋਂ ਲੜਕੀਆਂ ਨੇ, ਮੈਂ ਅੱਜ ਦੀ ਗੱਲ ਕਰਾਂ ਤਾਂ ਮੈਂ MA ਪੰਜਾਬੀ ਜਦੋਂ ਕੀਤੀ ਆ ਮਾਸਟਰ ਤਾਜ ਸਿੰਘ ਕਾਲਜ ਵੂਮੈਨ ਮੈਮੋਰੀਅਲ ਤੋਂ ਕੀਤੀ ਹੈਗੀ ਲੁਧਿਆਣਾ ਤੋਂ, ਅਤੇ ਉਹ ਕੀਤੀ ਮੇਰੇ ਨਾਲ ਦੀਆਂ ਜਿਹੜੀਆਂ ਬਹੁਤਾਤ ਦੇ ਵਿੱਚ ਲੜਕੀਆਂ ਨੇ। ਦੇਖੋ ਹੁਣ ਅਸੀਂ ਜਦੋਂ ਇੱਕ ਕਲਾਸ ਦੇ ਵਿੱਚ ਪੜ੍ਹਦੇ ਹਾਂ ਤਾਂ ਲਗਭਗ 30 ਤੋਂ 32 ਸਟੂਡੈਂਟਸ ਹੁੰਦੇ ਨੇ, ਹੈ ਨਾ। ਅਤੇ ਮੈਨੂੰ ਨਹੀਂ ਲੱਗਦਾ ਉਹਨਾਂ 30-32 ਦੇ ਵਿੱਚੋਂ ਵੀ ਅੱਜ ਮੇਰੇ ਨਾਲ ਦੀਆਂ ਜਿਹੜੀਆਂ ਸਾਰੀਆਂ ਕਲਾਸਮੇਟ ਨੇ ਮੁਕੰਮਲ ਤੌਰ 'ਤੇ 5 ਵੀ ਕੰਮ ਕਰਦੀਆਂ ਹੋਣਗੀਆਂ। ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਹਾਊਸ ਵਾਈਫਸ ਰਹਿੰਦੀਆਂ ਬਣਾ ਦਿੱਤਾ ਗਿਆ, ਹੈ ਨਾ। ਘਰੇ ਜਿਹੜੀਆਂ ਨੇ ਕੈਦ ਹੋ ਗਈਆਂ ਨੇ, ਪਰ ਕੁਤਰ ਦਿੱਤੇ ਜਾਂਦੇ ਨੇ। ਪਰ ਕੁਤਰਨ ਵਾਲੇ ਕੌਣ? ਉਹ ਅਸੀਂ ਹੀ ਲੋਕ ਹਾਂ, ਸਾਡੀ ਹੀ ਸੋਚ ਆ ਸਮਾਜ ਦੀ। ਬੇਟੀਆਂ ਨੂੰ ਅੱਗੇ ਆਉਣ ਦਿਓ, ਉਹਨਾਂ ਨੂੰ ਖੁੱਲ੍ਹਾ ਅਸਮਾਨ ਹੈ ਉੱਡਣ ਦਿਓ। ਕਿਤੇ ਨਹੀਂ ਕੁਝ ਹੋਣ ਲੱਗਿਆ, ਜੇ ਤਜਰਬਾ ਹੋਏਗਾ ਤਾਂ ਅੱਗੇ ਵਧਣਗੇ ਅਤੇ ਉਸ ਤਜਰਬੇ ਦੇ ਨਾਲ ਹੀ ਜਿਹੜਾ ਸਮਾਜ ਅੱਗੇ ਵਧੇਗਾ। ਹੁਣ ਪਿੰਡਾਂ ਦੇ ਵਿੱਚ ਅਸੀਂ ਇਸ ਮੁਹਿੰਮ ਨੂੰ ਕਿਵੇਂ ਲੈ ਕੇ ਜਾਵਾਂਗੇ, ਇਹ ਇੱਕ ਵੱਡਾ ਸਵਾਲ ਹੈ। ਅਸੀਂ ਪਿੰਡਾਂ ਦੇ ਵਿੱਚ ਜਾ ਕੇ ਰੁਜ਼ਗਾਰ ਮੇਲੇ ਲਾਵਾਂਗੇ। ਹੁਣ ਤੁਸੀਂ ਕਹੋਗੇ ਪਿੰਡਾਂ ਦੇ ਲੋਕ ਤਾਂ ਨਿਕਲਣ ਹੀ ਨਹੀਂ ਦਿੰਦੇ ਆਪਣੀਆਂ ਲੜਕੀਆਂ ਨੂੰ, ਹੈ ਨਾ, ਉਹ ਕਿਵੇਂ ਤਰੱਕੀ ਕਰ ਲੈਣਗੀਆਂ। ਮੇਰਾ ਇਹੀ ਸਵਾਲ ਸੀ ਵੀ ਪਿੰਡਾਂ ਦੇ ਵਿੱਚ ਜਾਓਗੇ, ਕਿਉਂਕਿ ਸਰਪੰਚ ਪੰਚ ਦੇ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਹੁੰਦੇ ਨੇ ਉਹਨਾਂ ਨਾਲ ਸੰਪਰਕ ਕਰਨਾ ਪਊਗਾ, ਤਾਂ ਤੁਹਾਨੂੰ ਸੈਮੀਨਾਰ ਨਾ ਦਿੱਤਾ ਜਾਊਗਾ ਕਿ ਉਹਨਾਂ ਨਾਲ ਵੀ ਕੰਟੈਕਟ ਕੀਤਾ ਜਾਊਗਾ। ਬਿਲਕੁਲ ਤੁਹਾਡੀ ਜਿਹੜੀ ਹੈਗੀ ਗੱਲ 100% ਸਹੀ ਹੈਗੀ। ਜੇਕਰ ਗੱਲ ਕੀਤੀ ਜਾਵੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਣਾ ਨਾ, ਤਾਂ ਹੋ ਸਕਦਾ ਹੈਗਾ ਸਾਨੂੰ ਕੋਈ ਵੜਨ ਵੀ ਨਾ ਦੇਵੇ, ਹੈ ਨਾ। ਕਿਉਂਕਿ ਜਿਹੜੇ ਖੜੇ ਹੋ ਜਾਂਦੇ ਨੇ, ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੇ ਸਮਾਜ ਸੁਧਾਰਕ ਜਿਹੜੇ ਨੇ ਪਹਿਲਾਂ ਖੜੇ ਹੋ ਜਾਂਦੇ ਨੇ, ਕਹਿ ਦਿੰਦੇ ਨੇ ਕਿ ਇਹ ਔਰਤਾਂ ਨੇ 2-4 ਇਕੱਠੀਆਂ ਹੋ ਕੇ ਆ ਗਈਆਂ ਨੇ, ਇਹਨਾਂ ਨੇ ਕੀ ਕਰ ਦੇਣਾ ਹੈ, ਹੈ ਨਾ। ਸਾਡੀਆਂ ਕੁੜੀਆਂ ਨੂੰ ਵੀ ਵਿਗਾੜਨਗੀਆਂ। ਪਰ ਇਹ ਗੱਲ ਬੜੀ ਉੱਠਦੀ ਹੈ ਨਾ ਕਿ ਜਿਹੜੀ ਕੁੜੀ ਆਪ ਇੱਕ ਮੁਕਾਮ ਤੇ ਪਹੁੰਚੀ ਹੁੰਦੀ ਹੈ, ਅਕਸਰ ਸਮਾਜ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਇਹਦੇ ਤੋਂ ਦੂਰ ਰਹੇ ਹੋਏ ਸਾਡੀਆਂ ਨੂੰ ਵੀ ਵਿਗਾੜ ਦੂਗੀ। ਪਰ ਮੇਰਾ ਮੈਡਮ ਇਹੀ ਸਵਾਲ ਸੀ, ਕਿਉਂਕਿ ਜਿਸ ਤਰ੍ਹਾਂ ਇਹ ਮੈਡਮ ਕਹਿ ਰਹੇ ਵੀ ਆਪ ਬਤੌਰ ਜਰਨਲਿਸਟ ਨੇ ਕੈਬਨਿਟ ਦੇ ਵਿੱਚ ਕਵਰ ਵੀ ਕਰਦੇ ਨੇ ਕਿ ਸਰਕਾਰ ਦਾ ਸਹਿਯੋਗ ਰਹੂਗਾ ਤਾਂ ਤੁਸੀਂ ਜਿਹੜਾ ਇਸ ਕੰਮ ਨੂੰ ਅੱਗੇ ਵਧਾ ਸਕਦੇ। ਕਿਉਂਕਿ ਜੇਕਰ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪੰਚਾਇਤ ਜਿਹੜੀ ਉਹਦੇ ਨਾਲ ਹੋਊਗੀ ਤਾਂ ਜਿਹੜਾ ਤੁਹਾਡਾ ਕੰਮ ਹੈ ਅੱਗੇ ਵਧ ਸਕੇਗਾ। ਬਿਲਕੁਲ। ਅਸੀਂ ਗੱਲ ਕਰੀਏ ਜ਼ਿਲ੍ਹਾ ਪੱਧਰ 'ਤੇ ਜਾਂ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਉਹ ਹੁੰਦੇ ਨੇ ਬਲਾਕ BDPO, ਉਹਨਾਂ ਦੇ ਕੋਲ ਅਸੀਂ ਜਾਵਾਂਗੇ। ਅਸੀਂ ਆਪਣੀ ਸਰਪੰਚਾਂ ਦੇ ਕੋਲ ਜਿਹੜੀ ਆਪਣੀ ਗੱਲ ਰੱਖਾਂਗੇ। ਇਹ ਉਹਨਾਂ ਦੇ ਪੇਰੈਂਟਸ ਦੇ ਉੱਤੇ, ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਪੇਰੈਂਟਸ ਦੇ ਉੱਤੇ, ਲੜਕੀਆਂ ਦੇ ਉੱਤੇ ਨਿਰਭਰ ਕਰਦਾ ਕਿ ਉਹ ਆਉਣ ਦਿੰਦੇ ਨਹੀਂ ਦਿੰਦੇ। ਹੁਣ ਜ਼ਰੂਰੀ ਤਾਂ ਨਹੀਂ ਕਿ ਰੁਜ਼ਗਾਰ ਦੇਣ ਦੇ ਲਈ ਸਿਰਫ ਲੜਕੀ ਨੂੰ ਘਰ ਤੋਂ ਬਾਹਰ ਹੀ ਕੱਢਿਆ ਜਾਵੇ। ਘਰ ਦੇ ਵਿੱਚ ਰਹਿ ਕੇ ਵੀ ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕਦਾ। ਉਹਨਾਂ ਨੂੰ ਘਰ ਦੇ ਵਿੱਚ ਹੀ ਬਹੁਤ ਤਰੀਕੇ ਦੀਆਂ ਬੜੀਆਂ ਸਕੀਮਾਂ ਨੇ। ਚਾਹੇ ਅਸੀਂ ਪ੍ਰਾਈਵੇਟ ਅਦਾਰਿਆਂ ਦੀ ਗੱਲ ਕਰ ਲਈਏ, ਅੱਜ ਡਿਜੀਟਲ ਜਿਹੜਾ ਹੈਗਾ ਆਪਣਾ ਸਮਾਂ ਹੈਗਾ ਅਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਕਰ ਸਕਦੇ ਹਾਂ ਜਿਹੜੀਆਂ ਘਰ ਦੇ ਵਿੱਚ ਹੀ ਹੋ ਕੇ ਰਹਿ ਸਕਦੀਆਂ ਨੇ। ਸਪੋਜ਼ ਕਰੋ ਇੱਕ ਸਿੰਪਲ ਜੀ ਗੱਲ ਹੈ ਕਿ ਉਹ ਔਰਤਾਂ ਜਿਹੜੀਆਂ ਘੱਟ ਪੜ੍ਹੀਆਂ ਲਿਖੀਆਂ ਨੇ, ਉਹਨਾਂ ਦੇ ਲਈ ਕੀ ਹੋਏਗਾ ਕਿ ਸੈਲਫ ਹੈਲਪ ਗਰੁੱਪ ਬਣਾ ਕੇ ਚਾਹੇ ਉਹ ਅਚਾਰ ਬਣਾ ਦੇਣ, ਚਾਹੇ ਦਰੀਆਂ ਬੁਣ ਦੇਣ, ਜਾਂ ਫਿਰ ਫੁਲਕਾਰੀਆਂ ਕੱਢ ਦੇਣ, ਜਾਂ ਫਿਰ ਘਰ ਦਾ ਡੈਕੋਰੇਸ਼ਨ ਦਾ ਜਿਹੜਾ ਹੈਗਾ ਸਮਾਨ ਹੈਗਾ ਉਹ ਤਿਆਰ ਕਰ ਸਕਦੀਆਂ ਨੇ। ਐਸੀਆਂ ਸਾਰੀਆਂ ਜਿਹੜੀਆਂ ਨੇ ਚੀਜ਼ਾਂ ਤਿਆਰ ਕਰਕੇ ਉਹਨਾਂ ਨੂੰ ਉਹ ਜਿਹੜੀਆਂ ਨੇ ਉਹਨਾਂ ਦੀ ਫਿਰ ਐਗਜ਼ੀਬਿਸ਼ਨਸ ਲਗਾਈ ਜਾ ਸਕਦੀ ਆ ਅਤੇ ਇਨਕਮ ਦਾ ਜਿਹੜਾ ਇੱਕ ਸੋਰਸ ਹੋਣਾ ਚਾਹੀਦਾ ਉਹ ਬਣ ਸਕਦਾ ਹੈਗਾ। ਹੁਣ ਜਿਹੜੀ ਪ੍ਰਾਈਵੇਟ ਅਸੀਂ ਗੱਲ ਕਰਦੇ ਹਾਂ, ਬੈਂਕਾਂ ਦੀ ਗੱਲ ਕਰਦੇ ਹਾਂ, ਹੈ ਨਾ। ਬੈਂਕਾਂ ਦੇ ਵਿੱਚ ਬਹੁਤਾਤ ਤੁਸੀਂ ਆਲਵੇਜ਼ ਜਿਹੜਾ ਹੈਗਾ ਕਵਰ ਕਰਦੇ ਹੋ, ਬੈਂਕਾਂ ਨੂੰ ਵੀ ਕਵਰ ਕਰਦੇ ਹੋ। ਤੁਸੀਂ ਦੇਖਦੇ ਹੋ ਬੈਂਕਾਂ ਦਾ ਬਿਜ਼ਨਸ ਜਿਹੜਾ ਚੱਲਦਾ ਹੈਗਾ ਅਤੇ ਉਹ ਜਿਹੜਾ ਹੈਗਾ ਡਾਟਾ ਹੈਗਾ ਨਾ, ਉਹ ਡਾਟਾ ਜਿਹੜਾ ਹੈਗਾ ਰੈਗੂਲਰਲੀ ਘਰਾਂ ਤੋਂ ਵੀ ਆਪਰੇਟ ਕਰਨ ਲਈ ਜਿਹੜਾ ਕਿਹਾ ਜਾਂਦਾ ਹੈਗਾ। ਟ੍ਰੇਨਿੰਗ ਦਿੱਤੀ ਜਾਂਦੀ ਹੈਗੀ ਬਕਾਇਦਾ ਕਿ ਤੁਸੀਂ ਜਿਹੜਾ ਹੈਗਾ ਘਰਾਂ ਤੋਂ ਹੀ ਇਹਨਾਂ ਚੀਜ਼ਾਂ ਨੂੰ ਜਿਹੜਾ ਆਪਰੇਟ ਕਰਨਾ ਹੈ। ਤਾਂ ਡਾਟਾ ਐਂਟਰੀ ਦਾ ਵੀ ਜਿਹੜਾ ਹੈਗਾ ਕੰਮ ਆ ਉਹ ਹੋ ਸਕਦਾ ਹੈ। ਇਸ ਤਰੀਕੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਪੇਰੈਂਟਸ ਨਹੀਂ ਭੇਜਣਾ ਚਾਹੁੰਗੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਲੜਕੀਆਂ ਘਰ ਦੇ ਵਿੱਚ ਹੀ ਰਹਿ ਕੇ ਜਿਹੜਾ ਹੈਗਾ ਆਪਣਾ ਕੰਮ ਕਰ ਸਕਣ। ਜਿਨ੍ਹਾਂ ਨੇ ਭੇਜਣਾ ਹੈ ਵੈਲਕਮ, ਫਿਰ ਤਾਂ ਪਰਮਾਤਮਾ ਜਿਹੜਾ ਹੈਗਾ
ਜਿਵੇਂ ਨਾ ਅਸੀਂ ਪੰਜਾਬ ਐਗਰੋ ਦੇ ਵੀ ਪ੍ਰੋਗਰਾਮ ਜਿਵੇਂ ਮੈਂ ਹੋਸਟ ਕੀਤੇ ਨੇ, ਮੈਂ ਉਹਨਾਂ ਦਾ ਇੱਕ 5 ਰਿਵਰਸ ਉਹਨਾਂ ਦਾ ਇੱਕ ਬ੍ਰਾਂਡ ਹੈ ਜਿਹਦੇ ਅੰਡਰ ਉਹ ਕੁੜੀਆਂ ਦੇ ਪ੍ਰੋਡਕਟਸ ਮਤਲਬ ਉਹ ਲੈਂਦੇ ਨੇ ਜਿਹੜੀਆਂ ਕਿ ਘਰ ਬੈਠ ਕੇ ਸਾਰਾ ਕੁਝ ਕਰਦੀਆਂ ਨੇ। ਤਾਂ 5 ਰਿਵਰਸ ਇੱਕ ਉਹਨਾਂ ਦਾ ਬ੍ਰਾਂਡ ਹੈਗਾ ਤੇ ਅਸੀਂ ਉਹਨਾਂ ਨਾਲ ਅੱਗੇ ਸੇਲ ਪਰਚੇਜ਼ ਕਰ ਸਕਦੇ। ਹਾਂ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਸਾਡੀਆਂ ਜਿਹੜੀਆਂ ਕੁੜੀਆਂ ਜਿਨ੍ਹਾਂ ਦੇ ਅਸੀਂ ਰਿਜ਼ਿਊਮ ਫਾਰਵਰਡ ਕਰਾਂਗੇ ਕਿ ਇਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ, ਕਿਉਂਕਿ ਜਿਵੇਂ ਅਚਾਰ, ਮੁਰੱਬੇ, ਚਟਨੀਆਂ ਹੋ ਗਈਆਂ ਤੇ ਹੋਰ ਮੈਂ ਟੇਸਟ ਕੀਤਾ ਉਹਨਾਂ ਦਾ ਕੀਨੂਆਂ ਤੋਂ ਬਣਿਆ ਹੋਇਆ ਉਹਨਾਂ ਦਾ ਇੱਕ ਜੈਮ ਜਿਹੜਾ ਉਹ ਕਿਸੇ ਕੁੜੀ ਨੇ ਬਣਾਇਆ, ਬਹੁਤ ਹੀ ਵਧੀਆ ਬਣਿਆ। ਮਤਲਬ ਬਹੁਤ ਟੈਲੈਂਟ ਹੈਗਾ ਆ, ਬਹੁਤ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਸੋਚ ਵੀ ਨਹੀਂ ਸਕਦੇ। ਇੱਕ ਗੁੜ ਖਾਧਾ ਮੈਂ ਜਿਹੜਾ ਕਿ ਗਾਜਰ ਤੋਂ ਬਣਿਆ ਹੋਇਆ, ਇਹ ਬਹੁਤ ਹੁਨਰ ਹੈ। ਜਿਹੜੀਆਂ ਕੁੜੀਆਂ ਵਿਚਾਰੀਆਂ ਘਰ ਬੈਠ ਕੇ ਵੀ ਮੇਰੀਆਂ ਭੈਣਾਂ ਕੰਮ ਕਰਦੀਆਂ ਨੇ, ਅਸੀਂ ਉਹਨਾਂ ਨੂੰ ਵੀ ਅੱਗੇ ਲੈ ਕੇ ਆਵਾਂਗੇ। ਬਿਲਕੁਲ ਚੀਜ਼ ਹੋਰ ਇੱਥੇ ਕਵਰ ਕਰਾਂਗੀ। ਇਹ ਮਹਿਜ਼ ਜਿਹੜੀਆਂ 8-10 ਜਿਹੜੀਆਂ ਲੇਡੀਜ਼ ਇਕੱਠੀਆਂ ਹੋ ਕੇ 12 ਲੇਡੀਜ਼ ਇਕੱਠੀਆਂ ਹੋ ਕੇ ਨਹੀਂ ਆ ਗਈਆਂ। ਮੈਂ ਤੁਹਾਨੂੰ ਦੱਸਾਂ ਵੀ ਜਿਹੜੀ ਦਿਸ਼ਾ ਟਰਸਟ ਹੈ ਇਹਦੇ ਵਿੱਚ ਜਿੰਨੀਆਂ ਵੀ ਕੁੜੀਆਂ ਨੇ, ਜਿੰਨੀਆਂ ਵੀ ਮਹਿਲਾਵਾਂ ਨੇ ਕੰਮ ਕਰ ਰਹੀਆਂ ਨੇ, ਹਰ ਇੱਕ ਦੇ ਵਿੱਚ ਬਹੁਤ ਜ਼ਿਆਦਾ ਹੁਨਰ ਹੈ। ਮੈਂ ਸਾਡੀ ਟੀਮ ਦੇ ਨਾਲ ਤੁਹਾਡੇ ਨਾਲ ਕੱਲੀ ਦੇ ਨਾਲ ਜਿਹੜੀ ਤੁਹਾਡੀ ਮੁਲਾਕਾਤ ਕਰਾਵਾਂਗੀ। ਗਗਨਦੀਪ ਕੌਰ ਹੈ, ਨਾਲ ਮਨਪ੍ਰੀਤ ਕੌਰ ਹੈ। ਇਹ ਦੋਨਾਂ ਨੂੰ ਅਸੀਂ ਜ਼ਿਲ੍ਹਾ ਕੋਆਰਡੀਨੇਟ ਲਗਾਇਆ ਹੈਗਾ ਪਟਿਆਲਾ ਦਾ। ਇਹ ਪਟਿਆਲਾ ਤੋਂ ਜਿਹੜਾ ਹੈਗਾ ਸਾਰਾ ਕੰਮ ਦੇਖਣਗੀਆਂ। ਇਹ ਵੀ ਮੀਡੀਆ ਦੇ ਖੇਤਰ ਦੇ ਵਿੱਚ ਨੇ, ਲਗਾਤਾਰ ਕੰਮ ਕਰ ਰਹੀਆਂ ਨੇ। ਇਸ ਤੋਂ ਬਾਅਦ ਬੀਨੂ ਲੜਕੀ ਹੈਗੀ, ਇਹ ਸੰਗਰੂਰ ਦਾ ਜਿਹੜਾ ਹੈਗਾ ਸਾਰਾ ਕੰਮ ਦੇਖਣਗੇ, ਕਿਉਂਕਿ ਜੇਕਰ ਗੱਲ ਕਰੀਏ ਤਾਂ ਐਂਟਰਟੇਨਮੈਂਟ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈਗਾ। ਬੀਇੰਗ ਆ ਐਂਟਰਟੇਨਮੈਂਟ ਜਰਨਲਿਸਟ ਇਹ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਉਸ ਤੋਂ ਬਾਅਦ ਜੇਕਰ ਮੈਂ ਤੁਹਾਡੀ ਆਰਤੀ ਪ੍ਰਮਨ ਤਾਂ ਕਿਸੇ ਜਾਣ ਪਹਿਚਾਣ ਤੱਕ ਜਾਣ ਦੀ ਲੋੜ ਨਹੀਂ ਹੈ, ਸਾਰੀ ਦੁਨੀਆ ਹੀ ਜਾਣਦੀ ਹੈ ਇਹਨਾਂ ਨੂੰ। ਕੋਰੀਓਗ੍ਰਾਫਰ ਨੇ ਜੇਕਰ ਗੱਲ ਕਰਾਂ ਤਾਂ ਪੂਨਮ ਨੂੰ ਤਾਂ ਕਾਫੀ ਜ਼ਿਆਦਾ। ਪੂਨਮ ਥੋੜਾ ਜਿਹਾ ਤੁਸੀਂ ਆਪ ਦੱਸ ਦਿਓ, ਕਾਫੀ ਫਿਲਮਾਂ ਨੂੰ ਜਿਹੜਾ ਇਹਨਾਂ ਨੇ ਜੀ ਮੈਂ ਪੰਜਾਬੀ ਫਿਲਮ ਇੰਡਸਟਰੀ ਬਾਲੀਵੁੱਡ ਤੋਂ, ਔਰ ਮੇਰੀ ਫਿਲਮਾਂ ਲਾਵਾਂ ਫੇਰੇ, ਮੈਰਿਜ ਦਾ ਗੈਰੇਜ, ਜ਼ੋਰਾ 10 ਨੰਬਰੀਆ, ਮਰ ਜਾਣੇ, ਲੋਟਸ ਆਫ ਮੂਵੀਜ਼ ਆਰ ਦੇਅਰ। ਮੈਂ ਫਿਲਮਾਂ ਨੂੰ ਕੋਰੀਓਗ੍ਰਾਫ ਕਰਦੀ ਹਾਂ ਐਂਡ ਡਾਂਸ ਟੀਚਿੰਗ ਲਈ ਵੀ ਅਸੀਂ ਅਰੇਂਜਮੈਂਟ ਕੀਤੇ ਹੋਏ ਨੇ। ਕਈ ਗਰਲਸ ਜਿਵੇਂ ਬੜਾ ਮਤਲਬ ਸ਼ੌਕੀਨ ਰੱਖਦੀਆਂ ਇਸ ਪ੍ਰੋਫੈਸ਼ਨ ਦੇ ਵਿੱਚ। ਇਟਸ ਵੈਰੀ ਈਜ਼ੀ ਗੋਇੰਗ, ਲਾਈਕ ਬੱਚੇ ਆਪਣਾ ਘਰੇ ਹੀ ਕਲਾਸਿਸ ਖੋਲ੍ਹ ਕੇ ਬੱਚਿਆਂ ਨੂੰ ਅੱਗੇ ਹੈਲਪਫੁਲ ਬਣਾ ਸਕਦੇ ਨੇ ਟ੍ਰੇਨਿੰਗ ਦੇ ਕੇ, ਰਾਈਟ। ਔਰ ਦੂਸਰੀ ਗੱਲ ਇਹ ਹੈ ਕਿ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ, ਇਹ ਜਿਹੜੀ ਦਿਸ਼ਾ ਟਰਸਟ ਹੈ, ਨੋ ਡਾਊਟ ਸ਼ੀ ਇਜ਼ ਡੂਇੰਗ ਸੋ ਮੈਨੀ ਵਰਕਸ। ਬਹੁਤ ਕੁਛ ਹੈ ਇਸ ਦੇ ਵਿੱਚ। ਮੈਂ ਜਦੋਂ ਇਹਨਾਂ ਨਾਲ ਜੁੜੀ ਹਾਂ ਤਾਂ ਮੈਨੂੰ ਵੀ ਬਹੁਤ ਆਸਮਾਨ ਸਾਫ਼ ਦਿਖਣ ਲੱਗ ਗਿਆ, ਰਾਈਟ, ਕਿਉਂਕਿ ਬਹੁਤ ਕੁਛ ਹੈ ਕਿ ਲੜਕੀਆਂ ਲਈ ਬੜੀ ਹੈਲਪਫੁਲ ਨੇ। ਫਾਈਨੈਂਸ਼ੀਅਲ ਲੈਵਲ ਦੇ ਉੱਤੇ ਜਿੰਨਾ ਸਪੋਰਟ ਕਰ ਪਾ ਰਹੇ ਨੇ, ਵਟਐਵਰ। ਉਸ ਤੋਂ ਇਲਾਵਾ ਜਿਵੇਂ ਕਿ ਇਹ ਜਿਵੇਂ ਗੱਲ ਕਰ ਰਹੇ ਨੇ ਕਿ ਪਿੰਡਾਂ ਵਿੱਚ ਜਾ ਕੇ ਇੱਕ ਇਹ ਵੀ ਇੱਕ ਬਹੁਤ ਵੱਡੀ ਮਿਹਨਤ ਹੈ, ਰਾਈਟ। ਵੀ ਕਿਸੇ ਕੋਲ ਵੀ ਨਾ ਟਾਈਮ ਨਹੀਂ ਹੁੰਦਾ, ਬਟ ਦੇ ਪੀਪਲ ਆਰ ਡੂਇੰਗ। ਇਹਨਾਂ ਦਾ ਮੇਨ ਮਕਸਦ, ਸਾਡਾ ਮੇਨ ਮਕਸਦ, ਆਈ ਐਮ ਆਲਸੋ ਵਿਦ ਅ ਪਾਰਟ ਆਫ ਲਾਈਕ ਦਿਸ ਦਿਸ਼ਾ, ਐਂਡ ਸਾਡਾ ਜਿਹੜਾ ਮੇਨ ਮਕਸਦ ਹੈ ਨਾ, ਪਹਿਲਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਕੁੜੀਆਂ ਦਾ ਡਰ ਖਤਮ ਕਰਨਾ, ਉਹਨਾਂ ਦੇ ਅੰਦਰ ਕੌਨਫੀਡੈਂਸ ਵਧਾਉਣਾ ਕਿ ਯੂ ਆਰ ਸਮਥਿੰਗ, ਤੁਸੀਂ ਕੁਝ ਹੋ, ਤੁਸੀਂ ਕੁਝ ਪ੍ਰੂਵ ਕਰ ਸਕਦੇ ਹੋ, ਤੁਸੀਂ ਬਹੁਤ ਕੁਝ ਦੁਨੀਆ ਨੂੰ ਦਿਖਾ ਸਕਦੇ ਹੋ। ਉਸ ਤੋਂ ਬਾਅਦ ਅੱਗੇ ਉਹਨਾਂ ਦਾ ਫਾਈਨੈਂਸ਼ੀਅਲ ਇਸ਼ੂ ਆਉਂਦਾ ਅਤੇ ਅੱਗੇ ਉਹਨਾਂ ਦਾ ਟੈਲੈਂਟ ਆਉਂਦਾ। ਤਾਂ ਜਦੋਂ ਤੱਕ ਉਹ ਬੰਦੇ ਦੇ ਅੰਦਰ ਕੌਨਫੀਡੈਂਸ ਨਹੀਂ ਆਏਗਾ, ਜਦੋਂ ਉਹ ਖੁਦ ਹੀ ਨਹੀਂ ਫੀਲ ਕਰੇਗੀ ਕਿ ਆਈ ਕੈਨ ਡੂ ਦਿਸ, ਪਹਿਲਾਂ ਤਾਂ ਸਾਡਾ ਇਹੀ ਕੰਮ ਹੈ ਕਿ ਅਸੀਂ ਉਹਨਾਂ ਨੂੰ ਪ੍ਰੂਵ ਕਰਨਾ, ਉਹਨਾਂ ਨੇ ਆਪਣੇ ਆਪ ਨੂੰ ਪ੍ਰੂਵ ਕਰਨਾ ਕਿ ਉਹ ਕੀ ਨੇ। ਆਫਟਰ ਦੈਟ ਜਦੋਂ ਉਹ ਨਿਕਲ ਕੇ ਬਾਹਰ ਆਉਣਗੇ ਤਾਂ ਪੰਚਾਇਤ ਵੀ ਨਾਲ ਜੁੜੂਗੀ। ਜਦੋਂ ਇੱਕ ਲੜਕੀ ਕੁਝ ਕਰਨਾ ਚਾਹੁੰਦੀ ਹੈ ਤਾਂ ਕੋਈ ਉਹਨੂੰ ਰੋਕ ਨਹੀਂ ਸਕਦਾ। ਬਿਲਕੁਲ, ਜਿਸ ਤਰ੍ਹਾਂ ਨੇ ਕਿਹਾ ਕਿ ਜੇਕਰ ਲੜਕੀ ਦਾ ਕੋਈ ਮਨ ਦਾ ਚਾਹ ਹੋਵੇ ਕੁਝ ਕਰਨ ਦਾ, ਤਾਂ ਇਹ ਪੰਚਾਇਤ ਕੀ ਜਾਂ ਸਾਰਾ ਪਰਿਵਾਰ ਹੋਵੇ ਕੁਝ ਨਹੀਂ ਕਰ ਸਕਦਾ। ਸੋ ਇਹੀ ਔਰਤਾਂ ਨੇ ਦਿਸ਼ਾ ਵੈਲਫੇਅਰ ਜਿਹੜੀ ਸੰਸਥਾ, ਜਿਹੜੀ ਆਰਗੇਨਾਈਜੇਸ਼ਨ ਹੈ, ਉਹ ਜਿਹੜੀ ਅੱਜ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਕਰ ਰਹੀ ਹੈ ਤੇ ਰੁਜ਼ਗਾਰ ਦੀ ਗੱਲ ਕਰ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਔਰਤਾਂ ਇੱਕ ਕਮਰੇ ਦੇ ਵਿੱਚ ਬੈਠੀਆਂ ਨੇ। ਜੀ ਬਿਲਕੁਲ ਦੱਸੋ। ਕੁਲਦੀਪ ਕੌਰ ਨੇ ਨਰਸਿੰਗ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਪੂਰਾ ਆਪਣਾ ਜਿਹੜਾ ਹੈਗਾ ਕੈਰੀਅਰ ਦਿੱਤਾ ਹੈਗਾ, ਤੇ ਨਰਸਿੰਗ ਦੇ ਵਿੱਚ ਜਿਹੜਾ ਹੈਗਾ ਰਿਆਤਪੁਰਾ ਹਸਪਤਾਲ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਨਰਸਿੰਗ ਸੁਪਰੀਡੈਂਟ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਉਸ ਤੋਂ ਬਾਅਦ ਸਿਮਰਨ ਔਰ ਉਮਾ ਇਸ ਲੜਕੀ ਦੀ ਗੱਲ ਕਰਾਂ ਤਾਂ ਉਮਾ ਜਿਹੜੀ ਹੈਗੀ ਹੈ ਬਹੁਤ ਛੋਟੀ ਜਿਹੀ ਹੁੰਦੀ ਮੇਰੇ ਕੋਲ ਆਈ ਸੀ, ਪਰ ਅੱਜ ਪਰਪੱਕਾ ਆਪਣੇ ਪੈਰਾਂ ਤੇ ਖੜੀ ਹੈ, ਅੱਜ ਕਮਾ ਰਹੀ ਹੈ। ਇਹ ਦਿਸ਼ਾ ਟਰਸਟ ਦੇ ਚਲਦੇ ਹੋਏ ਇਸ ਲੜਕੀ ਨੂੰ ਰੁਜ਼ਗਾਰ ਜਿਹੜਾ ਹੈਗਾ ਮਿਲਿਆ ਹੈਗਾ, ਇਹਨਾਂ ਨੂੰ ਰੁਜ਼ਗਾਰ ਮਿਲਿਆ। ਇਹ ਸਾਰੀਆਂ ਕੁੜੀਆਂ ਅੱਜ ਦਿਸ਼ਾ ਟਰਸਟ, ਪਹਿਲਾਂ ਇਹ ਰੁਜ਼ਗਾਰ ਦੀ ਖਾਤਰ ਆਈਆਂ ਸੀ, ਲੇਕਿਨ ਅੱਜ ਰੁਜ਼ਗਾਰ ਦੇਣ ਵਾਲੀਆਂ ਬਣ ਰਹੀਆਂ ਨੇ ਕਿ ਲੋਕਾਂ ਦੇ ਵਿੱਚ ਜਿਹੜੀ ਅਵੇਅਰਨੈਸ ਲੈ ਕੇ ਆ ਰਹੀਆਂ ਨੇ। ਜਿਸ ਤਰ੍ਹਾਂ ਨੇ ਕਿਹਾ ਕਿ ਇਹ ਔਰਤਾਂ ਦੀ ਜਿਹੜੀ ਗੱਲ ਕੀਤੀ ਹੈ, ਪਹਿਲਾਂ ਇਹਨਾਂ ਤੋਂ ਜਿਹੜਾ ਰੁਜ਼ਗਾਰ ਲੈਣ ਵਾਸਤੇ ਆਈਆਂ ਸੀ, ਅੱਜ ਜਿਹੜਾ ਪਿੰਡਾਂ ਦੇ ਵਿੱਚ ਜਾ ਕੇ ਔਰਤਾਂ ਇਕੱਠੀਆਂ ਕਰਨਗੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੁਜ਼ਗਾਰ ਦੇਣਗੀਆਂ। ਸੋ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਹ ਆਪਣਾ ਜਿਹੜਾ ਮਿਸ਼ਨ ਲੈ ਕੇ ਚੱਲੇ ਨੇ ਉਹ ਸਕਸੈਸਫੁਲ ਹੋ ਸਕੇ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ।